ਦੋਹਰਾ ਗੁਰ ਸੇਵਾ ਵਾ ਦਰਬ ਕਰ ਵਿਦਿਆ ਵਿਦਿਆ ਹੋਏ। ਹੁਣ ਦੱਸ ਰਿਹਾ ਵੀ ਵਿਦਿਆ ਪ੍ਰਾਪਤ ਕਿਵੇਂ ਕੀਤੀ ਜਾ ਸਕਦੀ ਹੈ। ਗੁਰ ਸੇਵਾ ਇੱਕ ਤੇ ਸਭ ਤੋਂ ਸ੍ਰੇਸ਼ਟ ਤਰੀਕਾ ਆ ਵੀ ਵਿਦਿਆ ਪ੍ਰਾਪਤ ਕੀਤੀ ਜਾ ਸਕਦੀ ਹੈ ਉਸਤਾਦ ਦੀ, ਗੁਰੂ ਦੀ ਸੇਵਾ ਪ੍ਰਸੰਨਤਾ ਕਰਕੇ। ਠੀਕ ਹੈ, ਉਹਨਾਂ ਦੇ ਕੋਲ ਰਹਿ ਕਰਕੇ, ਉਹਨਾਂ ਦੀ ਸੇਵਾ ਕਰਕੇ, ਪ੍ਰਸੰਨਤਾ ਕਰਕੇ ਤੇ ਵਿਦਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਵਾਦ ਅਰਥ ਹੈ ਅਥਵਾ, ਦੂਜਾ ਕਾਰਨ ਕੀ ਹੈ ਦਰਬ ਕਰ। ਹਾਂਜੀ, ਉਸਤਾਦ ਗੁਰੂ ਟੀਚਰ ਜੋ ਹੈ ਉਹ ਜਦੀ ਉਹਨੂੰ ਕੋਈ ਸੰਸਾਰਕ ਵਸਤੂ ਦੀ ਜ਼ਰੂਰਤ ਹੈ, ਠੀਕ ਹੈ, ਜਦੀ ਵਿਹੰਗਮ ਹੈ ਫਿਰ ਤਾਂ ਕੋਈ ਮਤਲਬ ਨਹੀਂ ਹੈ। ਜਦੀ ਉਹ ਟੀਚਰ ਉਸਤਾਦ ਗੁਰੂ ਗ੍ਰਸਤੀ ਹੈ, ਉਦੋਂ ਘਰ ਵਿੱਚ ਧਨ ਮਾਇਆ ਦੀ ਜ਼ਰੂਰਤ ਹੈ ਅਤੇ ਫਿਰ ਕਹਿੰਦੇ ਵੀ ਧਨ ਦੇ ਕਰਕੇ ਵਿਦਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਔਰ ਤੀਜਾ ਕਾਰਨ ਕੀ ਆ, ਵਿਦਿਆ ਵਿਦਿਆ ਹੋਏ। ਇੱਕ ਦੂਜੇ ਦੇ ਕੋਲ ਰਹਿ ਕਰਕੇ, ਸਮਝ ਗਏ, ਅਤੇ ਜੋ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਹੋ ਸਕਦਾ। ਜੇ ਆਪਾਂ ਨੂੰ ਕੋਈ ਵਿਦਿਆ ਆਉਂਦੀ ਹੈ ਤਾਂ ਆਪਾਂ ਦੂਸਰੇ ਨੂੰ, ਸਾਥੀ ਨੂੰ ਪੜ੍ਹਾ ਸਕਦੇ ਹਾਂ। ਉਹਦੇ ਕੋਲ ਕੋਈ ਵਿਦਿਆ ਹੈ ਜਿਹੜੀ ਸਾਡੇ ਕੋਲ ਨਹੀਂ ਤਾਂ ਉਹਦੇ ਕੋਲ ਲੈ ਸਕਦੇ ਹਾਂ। ਵਿਦਿਆ ਵਿਦਿਆ, ਵਿਦਿਆ ਦੀ ਜਗ੍ਹਾ ਵਿਦਿਆ, ਉਹਨੂੰ ਵਿਦਿਆ ਦੇ ਕਰਕੇ ਉਹਦੇ ਕੋਲ ਵਿਦਿਆ ਲੈ ਸਕਦੇ ਹਾਂ। ਠੀਕ ਹੈ। ਤ੍ਰਿਤੀ ਬ੍ਰਿਧੀ ਵਿਦਿਆ ਕਰੇ, ਇਹ ਤਿੰਨ ਵਿਧੀਆਂ ਆ, ਇਹ ਤਿੰਨ ਜਿਹੜੇ ਕਾਰਨ ਆ ਨਾ, ਗੁਰੂ ਦੀ ਸੇਵਾ ਕਰਕੇ ਜਾਂ ਧਨ ਦੇ ਕਰਕੇ ਜਾਂ ਵਿਦਿਆ ਦੇ ਬਦਲੇ ਵਿਦਿਆ, ਇਹ ਤਿੰਨ ਕਾਰਨ ਆ। ਤ੍ਰਿਤੀ ਹੋਰ ਕੋਈ ਆਪਣੇ ਕੋਲ ਪੁਸਤਕ ਨਹੀਂ ਹੈ ਮਾਰੇ ਲੱਭ ਗਈ ਗੱਲ ਪੇ ਲੈ ਕੇ ਤਾਂ ਫਿਰ ਰੱਖੀ ਕਿਉਂ ਨਹੀਂ ਹੈ? ਚੇਤਾ ਨਹੀਂ ਹੈ ਮੇਰੇ। ਇਹ ਤਿੰਨ ਪ੍ਰਕਾਰ ਨਾਲ ਪੜ੍ਹੀ ਹੋਈ ਜਿਹੜੀ ਵਿਦਿਆ ਨਾ, ਬਿਰਧੀ, ਉਹ ਕਹਿੰਦੇ ਆ ਵੀ ਬਿਰਧੀ ਕਰਦੀ ਆ, ਵੱਧਦੀ ਆ, ਵਿਕਾਸ ਹੁੰਦਾ ਉਹਦਾ ਜ਼ਿਆਦਾ, ਅੰਦਰ ਪ੍ਰਫੁੱਲਤ ਹੁੰਦੀ ਹੈ। ਤ੍ਰਿਤੀ ਬ੍ਰਿਧੀ ਵਿਦਿਆ ਕਰੇ, ਵਿਦਿਆ ਜਿਹੜੀ ਹੈ ਬ੍ਰਿਧੀ ਕਰੇ, ਐਸੇ ਲੱਗ ਜਾਏਗਾ ਨਾ, ਵਿਦਿਆ ਦਾ ਅਨੁਮੈ ਲੱਗ ਜਾਏਗਾ, ਵਿਦਿਆ ਬ੍ਰਿਧੀ ਕਰੇ। ਵਿਦਿਆ ਜੋ ਬ੍ਰਿਧੀ ਕਰਦੀ ਹੈ, ਭਾਵ ਵਿਕਾਸ ਕਰਦੀ, ਪ੍ਰਫੁੱਲਤ ਹੁੰਦੀ ਹੈ। ਤ੍ਰਿਤੀ ਤਿੰਨ ਕਾਰਨਾਂ ਕਰਕੇ ਪੜ੍ਹੀ ਹੋਈ, ਗੁਰੂ ਦੀ ਸੇਵਾ ਕਰਕੇ, ਧਨ ਦੇ ਕਰਕੇ, ਵਿਦਿਆ ਦੇ ਬਦਲੇ ਵਿਦਿਆ। ਚੌਥੋ ਹੇਤ ਨਾ ਕੋਈ, ਇਹਨਾਂ ਤਿੰਨਾਂ ਤੋਂ ਬਿਨਾਂ ਚੌਥਾ ਕੋਈ ਹੇਤੂ ਦਾ ਅਰਥ ਹੈ ਕਾਰਨ। ਇਹ ਤਿੰਨ ਕਾਰਨਾਂ ਤੋਂ ਬਿਨਾਂ ਵਿਦਿਆ ਪ੍ਰਾਪਤੀ ਦਾ ਹੋਰ ਕੋਈ ਚੌਥਾ ਕਾਰਨ ਨਹੀਂ ਹੈਗਾ ਜੀ। ਇਹ ਤਿੰਨ ਹੀ ਕਾਰਨ ਆ, ਉਹਨਾਂ 'ਚੋਂ ਜਿਹੜਾ ਕਾਰਨ ਜਿੱਥੇ ਸਹੀ ਹੋਵੇ ਉੱਥੇ ਉਹਦੇ ਨਾਲ ਵਿਦਿਆ ਪੜ੍ਹ ਲਵੇ। ਸਮਝ ਗਏ? ਹਾਂਜੀ। ਜਿੱਥੇ ਜਿਹੜਾ ਕਾਰਨ ਵਰਤ ਕੇ ਵਿਦਿਆ ਮਿਲਦੀ ਹੋਵੇ ਨਾ ਤਿੰਨਾਂ 'ਚੋਂ, ਉਹੀ ਵਰਤ ਕੇ ਪੜ੍ਹ ਲਵੇ। ਧਨ ਦੇ ਕਰਕੇ ਜਿੱਥੇ ਚੱਲਦਾ ਹੋਵੇ ਧਨ ਦੇ ਕੇ ਪੜ੍ਹ ਲਏ, ਜਿੱਥੇ ਵਿਦਿਆ ਦੇ ਦੁਆਰਾ ਵਿਦਿਆ ਪੜ੍ਹੀ ਜਾਵੇ ਉੱਥੇ ਪੜ੍ਹ ਲਏ, ਅਤੇ ਜਿੱਥੇ ਫਿਰ ਗੁਰੂ ਦੀ ਸੇਵਾ ਕਰਕੇ ਉੱਥੇ ਪੜ੍ਹ ਲਏ। ਠੀਕ ਹੈ। ਪਰ ਜਿਹੜੀ ਬ੍ਰਹਮ ਵਿਦਿਆ ਹੈ ਨਾ, ਇਹ ਤਾਂ ਸੰਸਾਰਕ ਵਿਦਿਆ ਦਾ ਕਾਰਨ ਹੋ ਸਕਦਾ ਹੈ, ਪੈਸੇ ਦੇ ਕਰਕੇ ਜਾਂ ਵਿਦਿਆ ਦੇ ਦੁਆਰਾ ਵਿਦਿਆ। ਪਰ ਲੇਕਿਨ ਜਿਹੜੀ ਬ੍ਰਹਮ ਵਿਦਿਆ ਆ, ਅਧਿਆਤਮਿਕ ਵਿਦਿਆ ਆ, ਉਹ ਤਾਂ ਫਿਰ ਗੁਰੂ ਦੀ ਸੇਵਾ ਕਰਕੇ ਹੀ ਮਿਲ ਸਕਦੀ ਹੈ। ਉਹ ਪੈਸੇ ਨਾਲ ਜਾਂ ਉਸ ਤਰ੍ਹਾਂ ਨਹੀਂ ਖਰੀਦੀ ਜਾ ਸਕਦੀ ਬ੍ਰਹਮ ਵਿਦਿਆ। ਠੀਕ ਹੈ। ਠੀਕ ਹੈ। ਉਹ ਗੁਰੂਆਂ ਦੇ ਕੋਲ ਰਹਿ ਕੇ ਸੇਵਾ ਕਰਕੇ ਉਹਨਾਂ ਦੀ ਪ੍ਰਸੰਨਤਾ ਦੇ ਦੁਆਰਾ ਹੀ ਮਿਲ ਸਕਦੀ ਹੈ। ਇਹ ਠੀਕ ਆ, ਵਿਦਿਆ ਕੋਈ ਥਿਊਰੀ 'ਤੇ ਪੜ੍ਹਾ ਸਕਦਾ ਆ, ਕੋਈ ਵੀ ਪੜ੍ਹਾ ਸਕਦਾ। ਹਾਂਜੀ। ਥਿਊਰੀ 'ਤੇ ਪੰਡਤ ਲੋਕ ਵੀ ਪੜ੍ਹਾਉਂਦੇ ਆ, ਟੀਚਰ ਵੀ ਪੜ੍ਹਾਉਂਦੇ ਆ ਵਿਦਿਆਲਿਆਂ 'ਚ, ਯੂਨੀਵਰਸਿਟੀਆਂ 'ਚ। ਇਹੀ ਜਿਹੜੀ ਬ੍ਰਹਮ ਵਿਦਿਆ ਦੀ ਥਿਊਰੀ ਪੜ੍ਹਾਉਂਦੇ ਉਹ, ਪਰ ਜਿਹੜੀ ਬ੍ਰਹਮ ਵਿਦਿਆ ਦਾ ਰਹੱਸ ਹੈ, ਜਿਹੜਾ ਉਹਦਾ ਗੂੜ ਅਭਿਪਰਾਏ ਹੈ ਨਾ, ਗੂੜ ਉਹਦੇ ਵਿੱਚ ਜਿਹੜਾ ਮੇਨ ਸਿਧਾਂਤ ਹੈ, ਉਹ ਤਾਂ ਫਿਰ ਗੁਰੂ ਦੀ ਸੇਵਾ ਕਰਕੇ ਪ੍ਰਾਪਤ ਹੁੰਦਾ। ਥਿਊਰੀ ਪੜ੍ਹਾ ਸਕਦੇ ਕੋਈ ਵੀ। ਦੋਹਰਾ ਵਿਦਿਆ ਉਦਮ ਸਿਲਪਤਾ ਪੰਡਤ ਸੰਗ੍ਰਹਿ ਮੀਤ
ਅਖੈ ਨ ਭੈ ਤਸਕਰ ਇਨੇ ਪਾਂਚ ਨਿਧਾਂ ਸੁਖ ਨੀਤ। ਇਹ ਕਹਿੰਦੇ ਆ ਭਈ ਪੰਜ ਜਿਹੜੀਆਂ ਵਾ ਨਾ ਨਿਧੀਆਂ ਆ, ਸਮਝ ਗਏ। ਇਹ ਪੰਜ ਕੀ ਆ? ਖਜ਼ਾਨੇ ਆ ਸੁੱਖ ਦੇ। ਜੀ ਅੰਤ ਤੇ ਲਿਖਿਆ ਨਾ ਪਾਂਚ ਨਿਧਾਂ। ਹਾਂਜੀ ਪੰਜ ਨਿਧ ਮਤਲਬ ਖਜ਼ਾਨੇ। ਇਹ ਪੰਜ ਕਿਹੜੇ ਆ? ਖਜ਼ਾਨੇ ਕਾਦੇ? ਸੁੱਖ ਦੇ, ਨਿੱਧਾਂ। ਨਿਤਾ ਪ੍ਰਤੀ। ਨਿੱਦਾਂ ਖਜ਼ਾਨੇ ਨੂੰ ਆਉਂਦੇ ਮਾਰੇ। ਆ ਨਿਧ ਦਾ ਅਰਥ ਹੈ ਖਜ਼ਾਨਾ, ਨਿਧੀਆਂ ਜਾਂ ਨਿਧਾਂ, ਸਮਝ ਗਏ। ਇਹ ਪੰਜ ਜਿਹੜੇ ਨਾ ਇਹ ਕਹਿੰਦੇ ਵੀ ਸੁੱਖ ਦੇ ਖਜ਼ਾਨੇ ਆ। ਇਹ ਪੰਜ ਸੁੱਖ ਦੇ ਖਜ਼ਾਨੇ ਨਿਤਾ ਪ੍ਰਤੀ ਸੁੱਖ ਦਿੰਦੇ ਆ। ਕਿਹੜੇ ਕਿਹੜੇ ਆ? ਪਹਿਲਾ ਕੀ ਆ? ਵਿਦਿਆ। ਜੀ ਜਿਹਦੇ ਕੋਲ ਵਿਦਿਆ ਆ ਜੀ ਉਹ ਹਰ ਰੋਜ਼ ਸੁਖੀ ਹੈ, ਆਨੰਦ 'ਚ ਹੈ, ਸਮਝ ਗਏ। ਕੋਈ ਵੀ ਵਿਦਿਆ ਹੈ ਉਹਦੇ ਕੋਲ, ਕੋਈ ਵੀ ਵਿਦਿਆ ਹੈ, ਭਾਵੇਂ ਸੰਸਾਰੀ ਵਿਦਿਆ ਭਾਵੇਂ ਅਧਿਆਤਮ ਵਿਦਿਆ। ਸੰਸਾਰੀ ਵਿਦਿਆ ਵਾਲਾ ਵੀ ਹਰ ਰੋਜ਼ ਜੋ ਹੈ ਉਹਦੀ ਨੌਕਰੀ ਹੈ, ਹਾਂਜੀ ਜਾਂ ਟਿਊਸ਼ਨ ਪੜ੍ਹਾ ਰਿਹਾ, ਹਰ ਰੋਜ਼ ਉਹਨੂੰ ਮਾਇਆ ਆ ਰਹੀ ਕਿ ਨਹੀਂ, ਸੁਖੀ ਹੈ ਉਹ ਜੀ ਵਿਦਿਆ ਦੇ ਦੁਆਰਾ। ਪਹਿਲਾ ਇਹ ਆ। ਦੂਜਾ ਕੀ ਆ? ਉਦਮ, ਪੁਰਸ਼ਾਰਥ ਕਰਨਾ ਕਿਸੇ ਵੀ ਕੰਮ ਵਾਸਤੇ। ਜਿਹੜਾ ਉਦਮ ਹੈ ਨਾ ਇਹ ਵੀ ਸੁੱਖ ਦੇਣ ਵਾਲਾ। ਉਦਮ ਤੋਂ ਬਿਨਾਂ ਸੁੱਖ ਮਿਲੇਗਾ ਨਹੀਂ। ਜੇ ਕੋਈ ਬੈਠਾ ਬਿਠਾਇਆ ਕੋਈ ਮੈਨੂੰ ਮਿਲ ਜੇ, ਨਹੀਂ ਮਿਲੇਗਾ ਨਾ। ਉਦਮ ਕਰੇਗਾ, ਪੁਰਸ਼ਾਰਥ ਕਰੇਗਾ ਤਾਂ ਸੁੱਖ ਮਿਲੇਗਾ। ਤੀਸਰਾ ਕੀ ਹੈ? ਸਿਲਪਤਾ, ਕੋਈ ਕਿਸੇ ਚੀਜ਼ ਦਾ ਹੁਨਰ। ਹਾਂਜੀ ਜਿਵੇਂ ਕੋਈ ਮਤਲਬ ਪੇਂਟਿੰਗ ਕਰਨੀ, ਕੁਝ ਇਹ ਚੀਜ਼ ਕਰਨੀ, ਸਮਝ ਗਏ। ਇਹ ਹੁੰਦਾ ਨਾ ਸ਼ਿਲਪਕਾਰੀ, ਠੀਕ ਹੈ। ਪੇਂਟਿੰਗ ਕਰਦੇ ਆ ਜਾਂ ਕੋਈ ਹੋਰ ਚੀਜ਼ ਐਸੀ ਜਿਹੜੀ ਹੈ ਉਹ ਅੰਦਰ ਦੀ ਉਹ ਵੀ ਵਿਦਿਆ ਹੀ ਹੈ ਨਾ। ਹਾਂਜੀ ਉਹ ਵੀ ਕਹਿੰਦੇ ਸੁੱਖ ਦਾ ਖਜ਼ਾਨਾ ਆ। ਤੇ ਹਾਂਜੀ ਸਕਿੱਲ ਕਹਿੰਦੇ ਇੰਗਲਿਸ਼। ਹਾਂਜੀ। ਔਰ ਉਹਦੇ ਬਾਅਦ ਕੀ ਆ? ਪੰਡਿਤ। ਪੰਡਿਤ ਦਾ ਅਰਥ ਕੀ ਆ? ਵਿਦਵਾਨ। ਵਿਦਵਾਨ ਹੋਣਾ। ਵਿਦਵਾਨ ਵੀ ਕੀ ਆ? ਵਿਦਵਾਨ ਹੋਣਾ ਵੀ ਸੁਖੀ ਹੋਣਾ ਆ। ਫਿਰ विद्या और पंडित में क्या फर्क? ਵਿਦਿਆ ਔਰ ਪੰਡਿਤ ਦੇ ਵਿੱਚ ਬਹੁਤ ਫਰਕ ਤੁਹਾਨੂੰ ਦੱਸਿਆ ਤਾਂ ਹੈ, ਪਹਿਲੇ ਦੱਸਿਆ ਨਾ। ਵਿਦਵਾਨ ਪੜ੍ਹਿਆ ਹੋਇਆ। ਭਈ ਵਿਦਿਆ ਵਾਲਾ ਤਾਂ ਕੋਈ ਸੰਸਾਰੀ ਵਿਦਿਆ ਵਾਲਾ ਟੀਚਰ ਵੀ ਹੋ ਸਕਦਾ ਹੈ, ਪਰ ਪੰਡਿਤ ਦਾ ਅਰਥ ਤੇ ਵਿਦਵਾਨ ਜਿਹੜਾ ਅਧਿਆਤਮਿਕ ਪੰਡਿਤ, ठीक है। ਬ੍ਰਹਮ ਵਿਦਿਆ ਦਾ हाँ जी ਪੰਡਿਤ, ਵਿਦਵਾਨ। ठीक है। ਬ੍ਰਹਮ ਵਿਦਿਆ ਵੀ ਇੱਕ, ਬ੍ਰਹਮ ਵਿਦਿਆ ਵਾਲਾ ਜਿਹੜਾ ਵੀ ਖਜ਼ਾਨਾ ਆ। ਯਾਨੀ ਵਿਦਵਾਨ ਹੋਣਾ ਵੀ ਸੁੱਖ ਦਾ ਖਜ਼ਾਨਾ ਹੈ। हाँ जी ਵਿਦਵਾਨ ਦਾ ਅਰਥ ਉਹ ਹੀ ਆਏਗਾ ਬ੍ਰਹਮ ਵਿਦਿਆ ਦਾ, ਸ਼੍ਰੋਤਰੀਏ ਬ੍ਰਹਮ ਨਿਸ਼ਠ ਪੰਡਿਤ ਹੋਵੇ। ਤੇ ਵਿਦਿਆ ਤੇ ਮਤਲਬ ਸੰਸਾਰੀ ਵਿਦਿਆ ਵੀ ਹੋ ਸਕਦੀ ਹੈ ਨਾ। हाँ जी ਵਿਦਿਆ ਦਾ ਅਰਥ ਸਾਮਾਨਯ ਲੱਗੇਗਾ, ਕੋਈ ਵੀ ਵਿਦਿਆ, ठीक है। ਪਰ ਪੰਡਿਤ ਦਾ ਅਰਥ ਇੱਥੇ ਬ੍ਰਹਮ ਵਿਦਿਆ ਦਾ ਗਿਆਤਾ। ਔਰ ਪੰਜਵਾਂ ਕੀ ਹੈ? ਸੰਗ੍ਰਹਿ ਮੀਤ, ਮਿੱਤਰਾਂ ਦਾ ਇਕੱਠ ਹੋਣਾ ਕੋਲ, ਮਿੱਤਰਾਂ ਦਾ ਸੰਗ੍ਰਹਿ। ਬਹੁਤ ਅੱਛੇ ਮਿੱਤਰ, ਅੱਛੇ ਮਿੱਤਰਾਂ ਦਾ ਸਮੂਹ ਹੋਣਾ ਆਪਦੇ ਆਸੇ ਪਾਸੇ, ਮਿੱਤਰ ਹੀ ਮਿੱਤਰ, ठीक है। ਸਮਝ ਗਏ। ਜੀ ਕਿਸੇ ਨਾਲ ਦੁਸ਼ਮਣੀ ਹੈ ਹੀ ਨਹੀਂ, ਮਿੱਤਰ ਹੀ ਮਿੱਤਰ। ਜਦੋਂ ਮਿੱਤਰਾਂ ਦਾ ਸੰਗ੍ਰਹਿ ਆਸੇ ਪਾਸੇ ਹੋਏਗਾ ਤਾਂ ਸੁੱਖ ਹੈ। ਇਹ ਪੰਜ ਜਿਹੜੇ ਆ ਇਹ ਨਿਤਾ ਪ੍ਰਤੀ ਸੁੱਖਾਂ ਦੇ ਖਜ਼ਾਨੇ ਆ। ਹੁਣ ਫਿਰ ਵਿਦਿਆ ਦਾ, ਵਿਦਿਆ ਜਿਹੜੀ ਆ ਉਹਦੀ ਮਹਿਮਾ ਕਰ ਰਹੇ ਦੋਹਰਾ। ਗੁਪਤ ਵਿਦਿਆ ਕੀ ਆ? ਇਹਦਾ ਮਤਲਬ ਮੇਰਾ ਅੱਖੇ ਨਾ ਪੈ ਤਸਕਰ ਇਨ। ਅੱਛਾ ਰਹਿ ਹੀ ਗਿਆ, ਠੀਕ ਹੈ। ਇਹ ਜਿਹੜੇ ਪੰਜ ਖਜ਼ਾਨੇ ਆ ਨਾ ਇਹ ਕਿਹੋ ਜਿਹੇ ਆ? ਅਖੈ ਨਾ, ਖੈ ਦਾ ਅਰਥ ਕੀ ਆ? ਨਾਸ਼ ਹੋਣਾ। ਜੀ ਅਕਸ਼ੈ ਆ, ਸਮਝ ਗਏ। ਹਿੰਦੀ 'ਚ ਕੀ ਬੋਲਾਂਗੇ? ਸੰਸਕ੍ਰਿਤ 'ਚ ਅਕਸ਼ੈ, ਛੈ ਤੋਂ ਰਹਿਤ, ਨਾਸ਼ ਤੋਂ ਰਹਿਤ। ਇਹ ਪੰਜ ਖਜ਼ਾਨੇ ਐਸੇ ਆ ਵੀ ਇਹ ਅਖੈ ਨਾ, ਨਸ਼ਟ ਨਹੀਂ ਹੁੰਦੇ, ਠੀਕ ਹੈ। ਅਖੈ ਤੋਂ ਅਰਥ ਲੱਗ ਜਾਏਗਾ ਵੀ ਇਹ ਨਸ਼ਟ ਨਹੀਂ ਹੁੰਦੇ। ਨਾ ਪੈ, ਨਾ ਸ਼ਬਦ ਜਿਹੜਾ ਨਾ ਉਹਨੂੰ ਅਕਸ਼ੈ ਦੇ ਨਾਲ ਲਾਉਣ ਦੀ ਲੋੜ ਨਹੀਂ ਹੈ, ਉਹਦਾ ਖੁਦ ਦਾ ਹੀ ਅਰਥ ਹੈ ਵੀ ਪੈ ਨਾਸ਼ ਤੋਂ ਰਹਿਤ। हाँ जी जी ਅਕਸ਼ੈ ਨਾ ਨਹੀਂ ਕਹਿਣ ਦੀ ਲੋੜ। ਅਕਸ਼ੈ, ਅਖੈ ਭਾਵ ਖੈ ਤੋਂ ਰਹਿਤ, ਨਾਸ਼ ਤੋਂ ਰਹਿਤ। ਔਰ ਨਾ ਭੈ ਤਸਕਰ, ਇਹਨਾਂ ਪੰਜਾਂ ਨੂੰ ਤਸਕਰ ਭਾਵ ਚੋਰਾਂ ਦਾ ਡਰ ਨਹੀਂ ਹੈ। ਭੈ ਦਾ ਅਰਥ ਡਰ, ਤਸਕਰ ਦਾ ਅਰਥ ਚੋਰ।
ਨਾ ਤੇ ਇਹਨਾਂ ਪੰਨਾ ਖਜ਼ਾਨਿਆਂ ਨੂੰ ਕੋਈ ਚੋਰ ਹੀ ਚੁਰਾ ਸਕਦਾ ਹੈ, ਨਾ ਹੀ ਇਹ ਨਸ਼ਟ ਹੁੰਦੇ ਆ। ਵਿਦਿਆ ਕਦੀ ਨਸ਼ਟ ਨਹੀਂ ਹੁੰਦੀ, ਸਮਝ ਗਏ। ਉਦਮ ਕੋਈ ਚੋਰ ਥੋੜੀ ਚੁਰਾ ਸਕਦਾ, ਨਾ ਨਸ਼ਟ ਹੋਵੇ। ਜਿਹੜਾ ਮਤਲਬ ਸਿਲਪਤਾ ਕੋਈ ਵੀ ਹੁਨਰ ਹੋਣਾ ਕੋਈ ਕਿਸੇ ਪ੍ਰਕਾਰ ਦਾ, ਉਹ ਵੀ ਨਹੀਂ ਨਸ਼ਟ ਹੁੰਦਾ। ਤੇ ਪੰਡਤ ਹੋਣਾ ਭਾਵ ਅਧਿਆਤਮਿਕ ਵਿਦਿਆ ਦਾ ਖਜ਼ਾਨਾ ਕੋਲ, ਉਹ ਵੀ ਨਸ਼ਟ ਨਹੀਂ ਹੁੰਦਾ। ਹਾਂਜੀ ਸਮਝ ਗਏ। ਔਰ ਮਿੱਤਰਾਂ ਦਾ ਸੰਗ੍ਰਹਿ ਜਿਹੜਾ ਕੋਈ ਚੋਰ ਥੋੜੀ ਚੁਰਾ ਸਕਦਾ। ਮਿੱਤਰਾਂ ਦਾ ਸੰਗ੍ਰਹਿ ਮਤਲਬ ਮਿੱਤਰਤਾ ਆਪਣੇ ਅੰਦਰ ਹੋਣੀ, ਬਾਹਰ ਵਾਲਾ ਜਿਹੜਾ ਨਾ ਉਹ ਤਾਂ ਨਸ਼ਟ ਹੋ ਹੀ ਸਕਦਾ। ਹਾਂਜੀ ਠੀਕ ਹੈ। ਆਪਣੇ ਅੰਦਰ ਮਿੱਤਰਤਾ, ਠੀਕ ਹੈ, ਜਾਂ ਅੰਦਰ ਜੋ ਆਪਣੇ ਸ਼ੁਭ ਗੁਣ ਰੂਪੀ ਮਿੱਤਰ ਹੈ, ਉਹੀ ਮਿੱਤਰ ਹੈ ਨਾ। ਜਿਹੜੇ ਸ਼ੁਭ ਗੁਣਾਂ ਦਾ ਸੰਗ੍ਰਹਿ ਕੀਤਾ ਹੋਇਆ ਉਹੀ ਮਿੱਤਰ ਹੈ, ਸਹਾਇਕ ਹੈ ਨਾ, ਉਹ ਕਦੇ ਨਸ਼ਟ ਨਹੀਂ ਹੁੰਦੇ। ਆਖਿਆ ਦਾ ਅਰਥ ਹੈ ਵੀ ਇਹ ਨਾਸ਼ ਤੋਂ ਰਹਿਤ ਨੇ, ਔਰ ਨਾ ਭੈ ਤਸਕਰ ਇਨੇ, ਇਹਨਾਂ ਨੂੰ ਚੋਰਾਂ ਦਾ ਡਰ ਨਹੀਂ। ਠੀਕ ਹੈ। ਹਾਂ, ਦੋਹਰਾ। ਗੁਪਤ ਪ੍ਰਛਿਨ ਅਤੁਲ ਧਨ ਵਿਦਿਆ ਨਰ ਬਪ ਜਾਨ, ਵਿਦਿਆ ਜਸ ਸੁਖ ਭੋਗਦੈ ਵਿਦਿਆ ਗੁਰ ਗੁਰਮਾਨ। ਇਹ ਜਿਹੜਾ ਧਨ ਹੈ ਨਾ, ਵਿਦਿਆ ਰੂਪੀ ਧਨ, ਵਿੱਚ ਧਨ ਸ਼ਬਦ ਆਇਆ ਨਾ, ਇਹ ਜਿਹੜਾ ਵਿਦਿਆ ਰੂਪੀ ਧਨ, ਵਿਦਿਆ ਸਮਝ ਗਏ। ਹਾਂਜੀ ਇਹਦਾ ਵਿਦਿਆ ਧਨ ਦੇ ਨਾਲ ਅਰਥ ਲੱਗੇਗਾ। ਵਿਦਿਆ ਰੂਪੀ ਜਿਹੜਾ ਧਨ ਹੈ ਇਹ ਕੀ ਹੈ? ਗੁਪਤ। ਗੁਪਤ ਹੈ ਕਿ ਨਹੀਂ? ਹਾਂਜੀ ਵਿਦਿਆ ਰੂਪੀ ਧਨ ਜਿਹੜਾ ਸਾਹਮਣੇ ਥੋੜੀ ਦਿਸਦਾ, ਗੁਪਤ ਹੈ। ਔਰ ਪਰਿਛਿੰਨ, ਛੁਪਿਆ ਹੋਇਆ। ਪ੍ਰੀਚਿਨ ਦਾ ਮਤਲਬ ਕੀ ਮਾਰੇ? ਹਾਂਜੀ, ਕੀ ਮਤਲਬ? ਛੁਪਿਆ ਹੋਇਆ, ਅਲੋਪ ਹੈ। ਇੱਥੇ ਕੁਛ ਠੀਕ ਹੈ। ਇਹ ਕਿਸੇ ਦੇ ਸਾਹਮਣੇ ਮਤਲਬ ਅਤੁੱਲ ਹੈ, ਭਾਵ ਸਾਹਮਣੇ ਦੇਖ ਕੇ ਨੂੰ ਕੋਈ ਪ੍ਰਾਪਤ ਨਹੀਂ ਕਰ ਸਕਦਾ ਵੀ ਇਹ ਪਿਆ ਆ। ਇੱਥੇ ਜਿਹਨੇ ਵਿਦਿਆ ਪ੍ਰਾਪਤ ਕਰਨੀ ਹੈ ਨਾ, ਮਤਲਬ ਅਲੋਪ ਹੈ, ਉਹਨੂੰ ਖੋਜਣਾ ਪਏਗਾ, ਖੋਜ ਕੇ ਮਿਲੇਗਾ, ਉतना नहीं मिलेगा। सूक्ष्म बोल सकते हैं उसको? हाँ, सूक्ष्म या सूक्ष्म इतना ज़्यादा कि मतलब दिखता ही नहीं है, अति सूक्ष्म। हाँ जी, ਪ੍ਰਛਿੰਨ ਦਾ ਹੀ ਹਲਕਾ ਲਿਖਿਆ ਹੋਇਆ। ऐसा भी लिख सकते हैं, परिच्छिन्न हल्का। गुप्त ਦਾ ਅਰਥ ਹੈ ਛੁਪਿਆ ਹੋਇਆ, ਹਾਂਜੀ ਦਿਸਦਾ ਨਹੀਂ। और परिच्छिन्न ਦਾ ਅਰਥ ਹਲਕਾ ਜਾਂ परिच्छिन्न ਦਾ ਅਰਥ ਮਤਲਬ ਸੂक्ष्म, ਜਿਵੇਂ ਕਹਿ ਰਹੇ ਸੂक्ष्म ਵੀ ਲੱਗ ਸਕਦਾ। ਹਾਂਜੀ। ਅਤੁਲ, ਇਹਦਾ ਕੋਈ ਗਿਣਤੀ ਮਿਣਤੀ ਤੋਲ ਮਾਪ ਨਹੀਂ ਹੈਗਾ। ਠੀਕ ਹੈ। यानी तो मिणती गिनती तो रहत है। प्र मतलब छिन्न मतलब खत्म। हाँ जी, छिन्न मतलब नहीं नहीं, ਉਹਦਾ ਪੂਰੇ ਦਾ ਹੀ ਅਰਥ ਜਿਹੜਾ ਲੱਗੇਗਾ ਪ੍ਰਚਿੰਨ। ਪ੍ਰਚਿੰਨ ਦਾ ਨਾਂ ਤੇ ਪਰਿਚਿੰਨ ਹੈ, ਪ੍ਰਚਿੰਨ ਹੈ ਨਾ, ਪ੍ਰਚਿੰਨ। अच्छा ਪ੍ਰਚਿੰਨ ਦਾ ਅਰਥ ਇਹੋ ਹੀ ਆ ਵੀ ਇਹਦਾ ਕੋਈ ਭਾਰ ਨਹੀਂ ਲੱਗਦਾ, ਜਿੰਨੀ ਮਰਜ਼ੀ ਵਿਦਿਆ ਪੜ੍ਹੀ ਜਾਓ, ਜਾਨੀ ਹਲਕਾ ਆ। हाँ जी ਕੋਈ ਉਹਦਾ ਭਾਰ ਨਹੀਂ ਹੈ, ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਓ, ਕੋਈ ਬੋਝ ਨਹੀਂ ਪੈ ਜਾਏਗਾ ਵੀ ਇੰਨਾ ਲੱਦ ਲਿਆ ਭਰ ਕੇ। ਸਮਝ ਗਏ। ਹਲਕਾ ਧਨ ਹੈ, ਗੁਪਤ ਧਨ ਹੈ, ਔਰ ਅਤੁੱਲ ਧਨ ਹੈ, ਤੋਲਣ ਤੋਂ ਰਹਿਤ ਹੈ। ਔਰ ਨਰ ਬਪ ਜਾਨ, ਵਿਦਿਆ ਨਰ ਬਪ ਜਾਨ। ਵਿਦਿਆ ਜਿਹੜੀ ਹੈ ਇਹ ਕਹਿੰਦੇ ਨਰ ਦਾ ਅਰਥ ਹੈ ਕੋਈ ਵੀ ਪ੍ਰਾਣੀ ਜੀਵ। ਬਪ ਦਾ ਅਰਥ ਹੁੰਦਾ ਸਰੂਪ। ਵਿਦਿਆ ਜੋ ਹੈ ਇਹ ਕੀ ਹੈ? ਇਹ ਵੀ ਇੱਕ ਕਿਸੇ ਵੀ ਪ੍ਰਾਣੀ ਦਾ ਦੂਜਾ ਰੂਪ ਹੈ। ਸਮਝ ਕੇ, ਇੱਕ ਤਾਂ ਰੂਪ ਹੈ ਹੀ ਸਾਹਮਣੇ, ਵਿਦਿਆ ਵੀ ਇੱਕ ਪ੍ਰਾਣੀ ਦਾ ਮਾਨੋ ਇੱਕ ਅਲੱਗ ਸਰੂਪ ਹੈ। ਸਮਝ ਗਏ। ਅਸਲੀ ਦੇਖਿਆ ਜਾਏ ਤਾਂ ਕੀ ਹੈ? ਬ੍ਰਹਮ ਵਿਦਿਆ ਹੀ ਬ੍ਰਹਮ ਸਰੂਪ ਹੈ। ਬ੍ਰਹਮ ਵਿਦਿਆ ਦੇ ਦੁਆਰਾ ਕੀ ਹੈ? ਬ੍ਰਹਮ ਸਰੂਪ, ਜਿਹੜਾ ਕਿਸੇ ਵੀ ਮਨੁੱਖ ਦਾ ਅਸਲੀ ਸਰੂਪ ਹੈ, ਜਿਹੜਾ ਕਿਸੇ ਪ੍ਰਾਣੀ ਦਾ ਅਸਲੀ ਸਰੂਪ ਹੈ। ਵਿਦਿਆ ਜਿਹੜਾ ਇਹ ਕਹਿੰਦੇ ਆ ਵੀ ਬ੍ਰਹਮ, ਇਹ ਵੀ ਕਹਿੰਦੇ ਵਿਦਿਆ ਨਰ ਬਪ ਜਾਨ। ਵਿਦਿਆ ਜਿਹੜਾ ਇਹ ਮਨੁੱਖ ਦਾ ਮਾਨੋ, ਜਾਂ ਆਪਾਂ ਕਹਿ ਦਿੰਦੇ ਤੀਸਰਾ ਨੇਤਰ ਹੈ। ਇੱਥੇ ਸਰੂਪ ਲਿਖਿਆ ਇਹਨਾਂ ਨੇ, ਬਪ ਦਾ ਅਰਥ ਸਰੂਪ, ਸਰੀਰ। ਵਿਦਿਆ ਵੀ ਨਰ ਦਾ ਦੂਜਾ ਸਰੀਰ ਹੈ, ਭਾਵ ਇੱਕ ਸਰੀਰ ਉਹਦਾ ਸਾਹਮਣੇ ਹੈ, ਇੱਕ ਵਿਦਿਆ ਵੀ ਮਨੋ ਦਾ ਸਰੀਰ ਹੈ। ਜਿਵੇਂ ਸਰੀਰ ਦੇ ਦੁਆਰਾ ਸੁੱਖ ਪ੍ਰਾਪਤ ਕਰਦਾ, ਉਵੇਂ ਵਿਦਿਆ ਦੇ ਦੁਆਰਾ ਵੀ ਸੁੱਖ ਪ੍ਰਾਪਤ ਕਰਦਾ। ठीक है।
और विद्या ਜਿਹੜਾ ਹੈ ਗਿਆਨ ਸਰੀਰ ਹੈ, ਮਨੋਂ ਗਿਆਨ ਰੂਪੀ ਸਰੀਰ ਹੈ, ਇਹਦੇ ਨਾਲ ਸਾਰਾ ਕੁਝ ਜੋ ਹੈ ਪ੍ਰਗਟ ਹੋ ਜਾਂਦਾ, ਸਾਰੇ ਪਤਾ ਲੱਗ ਜਾਂਦਾ, ਹਰ ਚੀਜ਼ ਦਾ ਪਤਾ ਲੱਗ ਜਾਂਦਾ ਵਿਦਿਆ ਨਾਲ। आकार रहित शरीर। ਹਾਂ, ਕਾਰ ਰਹਿਤ ਸਰੀਰ ਹੈ ਸਰੀਰ। ਵਿਦਿਆ ਜਸ ਸੁਖ ਭੋਗ ਦੇ। ਵਿਦਿਆ ਦਿੰਦੀ ਕੀ ਹੈ? ਜਸ ਦਿੰਦੀ, ਪਹਿਲਾਂ ਤਾਂ ਸੰਸਾਰ ਵਿੱਚ ਕੀਰਤੀ ਹੁੰਦੀ ਹੈ, ਜੀ ਵਡਿਆਈ ਹੁੰਦੀ ਹੈ, ਔਰ ਦੂਜਾ ਸੁੱਖ ਦਿੰਦੀ ਹੈ, ਤੀਸਰਾ ਭੋਗ। ਜਿਹੜੇ ਸੰਸਾਰਕ ਭੋਗ ਸਾਰੇ ਹੀ ਦੇ ਦਿੰਦੀ ਵਿਦਿਆ। ਸਾਰੇ ਵਿਦਿਆ ਹੋਵੇ ਤਾਂ ਸਾਰੇ ਭੋਗ ਤੁਹਾਡੇ ਕੋਲ ਆ ਜਾਂਦੇ, ਪਦਾਰਥ ਇਕੱਠੇ ਹੋ ਜਾਂਦੇ ਆ। ਵਿਦਿਆ ਗੁਰਮਾਨ। ਵਿਦਿਆ ਜਿਹੜੀ ਹੈ ਕੀ ਆ? ਗੁਰੂਆਂ ਦੀ ਵੀ ਗੁਰੂ ਹੈ, ਸਮਝ ਗਏ? ਵਿਦਿਆ ਗੁਰੂਆਂ ਦੀ ਵੀ ਗੁਰੂ ਹੈ। ਵਿਦਿਆ ਦੇ ਦੁਆਰਾ ठीक है। ਗੁਰੂ ਵੀ ਪ੍ਰਸੰਨ ਹੋ ਜਾਂਦੇ ਆ। ਜਾਂ ਵਿਦਿਆ ਜਿਹੜੀ ਜਦੋਂ ਕਿਸੇ ਦੇ ਅੰਦਰ ਆ ਜਾਂਦੀ ਆ, ਉਹ ਮਾਨੋ ਗੁਰੂ ਦਾ ਵੀ ਗੁਰੂ ਹੋ ਜਾਂਦਾ, ਸਮਝ ਗਏ? ਗੁਰੂ ਨਾਲੋਂ ਵੀ ਕਈ ਵਾਰ ਉਸ ਦੀ ਮਹਿਮਾ ਉੱਪਰ ਹੋ ਜਾਂਦੀ ਹੈ, ਸਮਝ ਗਏ? ਵਿਵਹਾਰ ਵਿੱਚ ਵਿਦਿਆ ਗੁਰੂ ਦਾ ਵੀ ਗੁਰੂ ਹੈ, ਕਿਉਂਕਿ ਗੁਰੂ ਵੀ ਵਿਦਿਆ ਦੇ ਦੁਆਰਾ ਹੀ ਗੁਰੂ ਹੈ ਨਾ, ਸਮਝ ਗਏ? ਵਿਦਿਆ ਗੁਰੂ ਜਿਹੜਾ ਹੈ ਉਹਨੂੰ ਗੁਰੂ ਨਾਲ ਵਿਦਿਆ ਸ਼ਬਦ ਲੱਗ ਰਿਹਾ, ਵਿਦਿਆ ਗੁਰੂ। हाँ जी। ਪਰ ਉਹ ਵੀ ਵਿਦਿਆ ਕਰਕੇ ਹੀ ਗੁਰੂ ਹੈ ਨਾ, ਇਸ ਕਰਕੇ ਵਿਦਿਆ ਗੁਰੂ ਦੀ ਵੀ ਗੁਰੂ ਹੈ, ਠੀਕ ਹੈ? ਉਹਨੂੰ ਵੀ ਗੁਰੂ ਪਦਵੀ ਪ੍ਰਾਪਤ ਹੋਈ ਤੇ ਵਿਦਿਆ ਦੇ ਦੁਆਰਾ ਹੋਈ, हाँ जी। ਸਮਝ ਗਏ? ਇਸ ਕਰਕੇ ਵਿਦਿਆ ਗੁਰੂ ਦੀ ਵੀ ਗੁਰੂ ਹੈ। ਭਾਵ ਗੁਰੂ ਨਾਲੋਂ ਉਹਦੀ ਮਹਿਮਾ ਜ਼ਿਆਦਾ ਆ, ਸਮਝ ਗਏ? ਦੋਹਰਾ ਵਿਦਿਆ ਬੰਧ ਪ੍ਰਦੇਸ਼ ਮੈਂ। ਵਿਦਿਆ ਪੜ੍ਹ ਕੇ, ਵਿਦਿਆ ਦੀ ਪ੍ਰਾਪਤੀ ਕਰਕੇ ਜਦੋਂ ਆਪਾਂ ਆਪਣੇ ਦੇਸ਼ ਤੋਂ ਕਿਸੇ ਦੂਸਰੇ ਦੇਸ਼ ਵਿੱਚ ਜਾਂਦੇ ਹਾਂ, ਪ੍ਰਦੇਸ਼ ਦਾ ਅਰਥ ਕੀ ਹੈ? ਜਿਸ ਦੇਸ਼ 'ਚ ਆਪਾਂ ਰਹਿੰਦੇ ਉਸ ਦੇਸ਼ 'ਚੋਂ ਦੂਜੇ ਪ੍ਰਦੇਸ਼ 'ਚ ਜਦੋਂ ਜਾਂਦੇ ਹਾਂ, ਉੱਥੇ ਜਿੱਥੇ ਆਪਾਂ ਨੂੰ ਕੋਈ ਨਹੀਂ ਜਾਣਦਾ, ਕੋਈ ਆਪਣਾ ਸੱਜਣ ਮਿੱਤਰ ਨਹੀਂ, ਉੱਥੇ ਵਿਦਿਆ ਹੀ ਆਪਣਾ ਬੰਧੂ ਹੈ, ਸੱਜਣ ਹੈ, ਮਿੱਤਰ ਹੈ, ਸਮਝ ਗਏ? ਉੱਥੇ ਆਪਣੇ ਨਾਲ ਕੌਣ ਹੈ? ਵਿਦਿਆ। ਜਿੱਥੇ ਵੀ ਆਪਾਂ ਜਾਵਾਂਗੇ, ਜਿੱਥੇ ਆਪਾਂ ਨੂੰ ਕੋਈ ਵੀ ਨਹੀਂ ਜਾਣਦਾ, ਜਿੱਥੇ ਆਪਣਾ ਕੋਈ ਵੀ ਨਹੀਂ ਹੈ, ਉੱਥੇ ਵਿਦਿਆ ਰੂਪੀ ਮਿੱਤਰ ਆਪਣੇ ਨਾਲ ਹੈ। ਵਿਦਿਆ ਬੰਧੂ ਪ੍ਰਦੇਸ਼ ਮੈਂ। ਪ੍ਰਦੇਸ਼ ਵਿੱਚ ਵਿਦਿਆ ਕੀ ਹੈ? ਬੰਧੂ ਹੈ, ਸੱਜਣ ਮਿੱਤਰ ਹੈ। और विद्या देव विशेख। और विद्या जो एक ही है, विशेष करके एक देव है, भाव देवता। या देव का मतलब की है? प्रकाश स्वरूप जो प्रभु है। विशेष एक उस प्रभु का, उस ब्रह्म का ही स्वरूप है विद्या, ब्रह्म विद्या, ठीक है? विशेष करके, विशेष मतलब विशेष, हाँ जी। एक ब्रह्म का ही विशेष स्वरूप विद्या है, समझ गए? विद्या देव विशेष। विशेष देव का अर्थ होंदा प्रकाश स्वरूप ब्रह्म। उस ब्रह्म का ही विशेष स्वरूप विद्या है। वो ब्रह्म की है, वो तो सामान्य है ना सब जगह, समझ गए? ब्रह्म सामान्य समान है सब। विद्या की होता विशेष स्वरूप है, ठीक है, समझ गए? विशेष स्वरूप हो गया ना, ਉਹਦੇ ਵਰਗੀ ਸਾਮਾਨ ਵਿਆਪਕ ਤਾਂ ਨਹੀਂ ਨਾ, ਵਿਸ਼ੇਸ਼ ਹੈ। ਵਿਸ਼ੇਸ਼ ਜੋ ਵੀ ਹੁੰਦਾ ਨਾ, ਵਿਸ਼ੇਸ਼ ਉਹ ਥੋੜਾ ਹੁੰਦਾ, ਸਮਝ ਗਏ? ਜੋ ਵੀ ਵਿਸ਼ੇਸ਼ ਹੋਏਗਾ ਥੋੜਾ ਹੋਏਗਾ, ਜੋ ਸਾਮਾन्य ਹੋਏਗਾ ਉਹ ਵਿਆਪਕ ਹੋਏਗਾ, ਹਾਂਜੀ, ਸਮਝ ਗਏ? ਜਿਵੇਂ ਕੋਈ ਸਭਾ ਹੁੰਦੀ ਹੈ, ਸਭਾ, ਉੱਥੇ ਅਤਿਥੀ ਸਾਰੇ ਹੁੰਦੇ ਆ। ਇੱਕ ਕੀ ਹੁੰਦਾ? ਵਿਸ਼ਿਸ਼ਟ ਅਤਿਥੀ ਹੁੰਦਾ। ਹਾਂਜੀ, ਕਿਉਂ? ਜਿਹੜਾ ਵਿਸ਼ਿਸ਼ਟ ਅਤਿਥੀ ਹੈ ਉਹਦਾ ਤੇ ਸਾਮਾन्य ਅਤਿਥੀ ਦਾ ਫਰਕ ਹੈ ਨਾ, ਸਮਝ ਗਏ? ਉਹ ਸਾਮਾन्य ਜਿਹੜਾ ਸਾਮਾन्य ਪੁਰਸ਼ ਹੈ, ਸਾਮਾन्य ਸਥਿਤੀ ਹੈ, ਸਾਮਾन्य ਵਾਲਾ ਬੰਦਾ, ਕੋਈ ਵੀ ਸਮਾਨ ਪੁਰਸ਼, ਤੇ ਵਿਸ਼ਿਸ਼ਟ ਦਾ ਫਰਕ ਹੈ। ਕਿਉਂ ਫਰਕ ਹੈ? ਜਿਹੜਾ ਸਾਮਾन्य ਹੈ ਨਾ ਅਤਿਥੀ, ਉਹਦਾ ਖੇਤਰ ਬਹੁਤ ਵੱਡਾ ਹੈ, ਸਮਝ ਗਏ? ਜਿਹੜਾ ਵਿਸ਼ਿਸ਼ਟ ਉਹਦਾ ਖੇਤਰ ਇੰਨਾ ਵੱਡਾ ਨਹੀਂ ਹੈ, ਉਹ ਕਿਸੇ ਸੀਮਾ 'ਚ ਬੱਧਾ ਹੋਇਆ, ਸਮਝ ਆ ਗਈ ਨਾ? ਉਹ ਕਿਸੇ ਸੀਮਾ ਦੇ ਵਿੱਚ ਚੱਲ ਰਿਹਾ। ਜਿਹੜਾ ਸਾਮਾन्य ਹੈ ਉਹਦੀ ਕੋਈ ਸੀਮਾ ਨਹੀਂ ਹੈ, ਜਿੱਧਰ ਮਰਜ਼ੀ ਚੱਲੇ, ਜਿੱਧਰ ਮਰਜ਼ੀ ਚੱਲ, ਜਿੱਥੇ ਮਰਜ਼ੀ ਬੈਠ ਕੇ ਖਾ ਲੇ, ਜਿੱਥੇ ਮਰਜ਼ੀ ਬੋਲਣ ਲੱਗ ਜੇ। ਵਿਸ਼ਿਸ਼ਟ ਐਸਾ ਨਹੀਂ ਕਰ ਸਕਦਾ ਨਾ, ਹਾਂ, ਨਾ ਤਾਂ ਕਿਤੇ ਆਮ ਬੰਦੇ 'ਚ ਬੈਠ ਕੇ ਖਾ ਸਕਦਾ, ਨਾ ਆਪਣੀ ਮਰਜ਼ੀ ਨਾਲ ਕਿਤੇ ਜਾ ਸਕਦਾ। ਉਹਨੂੰ ਤਾਂ ਕੋਈ ਲੈ ਕੇ ਜਾਏਗਾ, ਉਹਦਾ ਰੂਟ ਬਣੇਗਾ, ਉਹਨਾਂ ਜਿਹੜਾ ਆਪਣੀ ਮਰਜ਼ੀ ਨਾਲ ਦਰਵਾਜ਼ੇ 'ਚ ਬਾਹਰ ਨਹੀਂ ਨਿਕਲ ਸਕਦਾ। ਸਾਮਾन्य ਦਾ ਜਦੋਂ ਮਰਜ਼ੀ ਨਿਕਲ ਜੇ, ਤੁਰ ਕੇ ਚੱਲ ਜੇ, ਪੈਦਲ ਚੱਲ ਜੇ,
ਜਿੱਧਰ ਨੂੰ ਮਰਜ਼ੀ ਚਲੇ ਜੇ। ਸਾਮਾਨਯ ਜਿਹੜਾ ਵਿਸ਼ਿਸ਼ਟ ਉਹ ਨਹੀਂ ਜਾ ਸਕਦਾ। ਸਮਝ ਗਏ? ਤੇ ਕੌਣ ਵੱਡਾ ਹੋਇਆ? ਸਾਮਾਨਯ ਵੱਡਾ ਹੋਇਆ। ਸਾਮਾਨਯ ਲੋਕਾਂ ਦੀ ਦ੍ਰਿਸ਼ਟੀ 'ਚ ਵਿਸ਼ਿਸ਼ਟ ਵੱਡਾ ਹੈ, ਜਿਹੜਾ ਵਿਸ਼ੇਸ਼ ਹੈ। ਪਰ ਜੇ ਵਿਚਾਰ ਦੀ ਦ੍ਰਿਸ਼ਟੀ ਨਾਲ ਸਾਮਾਨਯ ਵੱਡਾ ਹੈ। ਸਮਝ ਗਏ ਨਾ? ਜਿਵੇਂ ਹੁਣ ਆਪਾਂ ਸਾਮਾਨਯ ਆਦਮੀ, ਆਪਾਂ ਸਾਮਾਨਯ ਆਦਮੀ ਆ, ਅਤੇ ਆਪਣਾ ਖੇਤਰ ਕਿੰਨਾ ਵੱਡਾ, ਜਿੱਧਰ ਮਰਜ਼ੀ ਚਲ ਜਾਈਏ ਆਪਾਂ ਬਿਨਾਂ ਪੁੱਛੇ। ਲੇਕਿਨ ਇੱਥੇ ਜਿਹੜਾ ਵਿਸ਼ੇਸ਼ ਬੰਦਾ ਨਾ, ਉਹਨੇ ਪਹਿਲਾਂ ਸੋਚਣ ਲੱਗਿਆ, ਸੋਚਣਾ ਹੈ ਵੀ ਮੈਨੂੰ ਉੱਥੋਂ ਸਲਾਹ ਨਹੀਂ ਆਇਆ, ਮੈਨੂੰ ਉੱਥੋਂ ਕਿਸੇ ਨੇ ਕਿਹਾ ਨਹੀਂ, ਮੈਂ ਉੱਥੇ ਕਿਵੇਂ ਜਾਵਾਂ। ਸਿਕਿਉਰਿਟੀ। ਅਤੇ ਜਿਹੜਾ ਸਾਮਾਨਯ ਉਹਨੇ ਪੁੱਛਣਾ ਥੋੜ੍ਹੀ ਹੈ ਮੈਨੂੰ ਉੱਥੋਂ ਕੋਈ ਨਿਮੰਤਰਣ ਆਇਆ ਕਿ ਨਹੀਂ ਆਇਆ, ਉਹਨੇ ਤੁਰ ਪੈਣਾ। ਕੋਈ ਸਤਸੰਗ ਹੀ ਹੋ ਰਿਹਾ, ਮੰਨੋ ਸਤਸੰਗ ਹੋ ਰਿਹਾ, ਕੋਈ ਦੀਵਾਨ ਲੱਗ ਰਿਹਾ, ਉੱਥੇ ਮਤਲਬ ਜਿਹੜਾ ਸਾਡੇ ਵਰਗਾ ਉਹਨੇ ਕਹਿਣਾ ਉਹਨਾਂ ਤੋਂ ਸਲਾਹ ਨਹੀਂ ਭੇਜਿਆ ਮੈਨੂੰ, ਮੈਂ ਕਿਉਂ ਜਾਵਾਂ। ਅਤੇ ਜਿਹੜਾ ਆਮ ਬੰਦਾ ਉਹਨੇ ਤੁਰ ਪੈਣਾ ਵੀ ਉੱਥੇ ਸੁਣੀ ਆਵਾਂਗੇ, ਬੈਠ ਕੇ ਕਰਨਾ ਕੀ ਹੈ। ਸਮਝ ਗਏ? ਹਾਂਜੀ। ਇਹ ਗੱਲ ਹੈ। ਜਿਹੜਾ ਵਿਸ਼ੇਸ਼ ਲੋਕਾਂ ਦੀ ਦ੍ਰਿਸ਼ਟੀ 'ਚ ਕਹਿੰਦੇ ਬੜਾ ਵਿਸ਼ੇਸ਼ ਹੈ, ਪਰ ਲੋਕਾਂ ਦੀ ਦ੍ਰਿਸ਼ਟੀ 'ਚ ਵਿਸ਼ੇਸ਼ ਹੈ, ਉਹ ਹੈ ਉਹਦੀ ਉਹ ਘੱਟ ਛੋਟਾ ਹੈ। ਸਮਝ ਗਏ ਮਾਰੇ ਇਹ ਪੰਕਤੀ ਦੁਆਰਾ ਸਾਰੇ ਕਰਤ ਕਰਿਓ ਸਾਰੀ ਦੀ। ਹਾਂ, ਕਿੱਧਰ ਚਲੇ ਗਏ? ਵਿਦਿਆ ਬੰਧੂ ਪ੍ਰਦੇਸ਼ ਵਿਦਿਆ ਬੰਧੂ ਪ੍ਰਦੇਸ਼ ਮੈਂ। ਪ੍ਰਦੇਸ਼ ਵਿੱਚ ਜਦੋਂ ਆਪਾਂ ਜਾਂਦੇ ਹਾਂ, ਆਪਣੇ ਦੇਸ਼ ਤੋਂ ਅਨਿੱਤਰ ਦੂਜੇ ਦੇਸ਼ 'ਚ ਜਾਂਦੇ ਹਾਂ, ਜਿੱਥੇ ਆਪਾਂ ਨੂੰ ਕੋਈ ਨਹੀਂ ਜਾਣਦਾ, ਉੱਥੇ ਆਪਾਂ ਕਹਿੰਦੇ ਵੀ ਸਾਡਾ ਇੱਥੇ ਕੋਈ ਨਹੀਂ ਹੈ। ਕਹਿੰਦੇ ਉੱਥੇ ਤੁਹਾਡਾ ਕੌਣ ਹੈ? ਵਿਦਿਆ। ਠੀਕ ਹੈ। ਬੰਧੂ ਦਾ ਅਰਥ ਹੁੰਦਾ ਮਿੱਤਰ, ਸੱਜਣ, ਰਿਸ਼ਤੇਦਾਰ। ਉੱਥੇ ਤੁਹਾਨੂੰ ਕੋਈ ਤੁਹਾਡਾ ਸੰਸਾਰੀ ਰਿਸ਼ਤੇਦਾਰ ਕੋਈ ਨਹੀਂ ਹੈਗਾ। ਅਤੇ ਉੱਥੇ ਕੌਣ ਤੁਹਾਡਾ ਬੰਧੂ ਹੈ? ਵਿਦਿਆ। ਉਹ ਤਾਂ ਤੁਹਾਡੇ ਨਾਲ ਹੈ ਕਿ ਨਹੀਂ? ਤੁਸੀਂ ਕਹਿ ਨਹੀਂ ਸਕਦੇ ਵੀ ਅਸੀਂ ਇਕੱਲੇ ਹਾਂ। ਵਿਦਿਆ ਤੁਹਾਡੇ ਨਾਲ। ਅਤੇ ਵਿਦਿਆ ਦੇਵ ਵਿਸ਼ੇਖ। ਵਿਦਿਆ ਇੱਕ ਵਿਸ਼ੇਸ਼ ਦੇਵਤਾ ਹੈ, ਜਾਂ ਉਸ ਪਰਮਾਤਮਾ ਬ੍ਰਹਮ ਦਾ ਵਿਸ਼ੇਸ਼ ਸਰੂਪ ਵਿਦਿਆ ਹੈ, ਜਾਂ ਵਿਦਿਆ ਇੱਕ ਵਿਸ਼ੇਸ਼ ਦੇਵਤਾ ਹੈ। ਇਹ ਵੀ ਅਰਥ ਕਰ ਸਕਦੇ ਹਾਂ। ਠੀਕ ਹੈ? ਕਿਉਂਕਿ ਵਿਦਿਆ ਦੀ ਪੂਜਾ ਕਰੋ, ਜਿਵੇਂ ਕੋਈ ਦੇਵਤੇ ਦੀ ਪੂਜਾ ਕਰਦਾ, ਵਿਸ਼ੇਸ਼ ਉਹਨੂੰ ਇੱਕ ਦੇਵ ਮੰਨ ਕੇ ਉਹਦੀ ਪੂਜਾ ਕਰੋ, ਅਤੇ ਉਹਦੇ ਨਾਲ ਤੁਹਾਡੇ ਅੰਦਰ ਆਨੰਦ ਮਿਲਦਾ ਆ, ਬਾਹਰ ਵਡਿਆਈ ਮਿਲਦੀ ਹੈ। ਜਿਵੇਂ ਕਿਸੇ ਦੇਵ ਨੂੰ ਇਸ਼ਟ ਮੰਨ ਕੇ ਆਪਣਾ ਦੇਵਤਾ ਦੀ ਪੂਜਾ ਕੀਤੀ ਜਾਂਦੀ, ਅਤੇ ਉਹਦੇ ਨਾਲ ਆਪਣੀਆਂ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ ਨਾ। ਉਸੇ ਪ੍ਰਕਾਰ ਵਿਦਿਆ ਵੀ ਇੱਕ ਵਿਸ਼ੇਸ਼ ਦੇਵਤਾ ਮੰਨ ਕੇ ਉਹਦੀ ਪੂਜਾ ਕਰੋ। ਸਮਝ ਗਏ? ਦੋਨੋਂ ਅਰਥ। ਪੂਜ ਨ੍ਰਿਪੋਂ ਕਰ। ਔਰ ਵਿਦਿਆ ਕੈਸੀ ਹੈ? ਨ੍ਰਿਪੋਂ। ਨ੍ਰਿਪ ਦਾ ਅਰਥ ਹੈ ਰਾਜੇ। ਰਾਜਿਆਂ ਦੇ ਕਰਕੇ ਵਿਦਿਆ ਜਿਹੜੀ ਆ ਪੂਜਿਤ ਹੁੰਦੀ ਆ। ਸਮਝ ਗਏ? ਕਿਵੇਂ ਪੂਜਿਤ ਹੁੰਦੀ ਆ? ਰਾਜੇ ਲੋਕ ਵਿਦਵਾਨਾਂ ਦੀ ਪੂਜਾ ਕਰਦੇ ਆ, ਸਤਿਕਾਰ ਕਰਦੇ ਆ। ਸਮਝ ਗਏ? ਕਰਦੇ ਕਿ ਨਹੀਂ? ਜੀ। ਔਰ ਵਿਦਿਆ ਦੀ ਵੀ ਪੂਜਾ ਕਰਦੇ ਆ ਰਾਜੇ ਲੋਕ। ਸਮਝੇ? ਕਿਸੇ ਰੂਪ 'ਚ ਵੀ ਕਰਨਾ। ਸਮਝ ਗਏ? विद्या की पूजा। ਵਿਦਿਆ ਬ੍ਰਹਮ ਵਿਦਿਆ ਮੰਤਰ ਹੈ, ਜੋ ਮਤਲਬ ਅਨੁਸ਼ਠਾਨ ਕਰਦੇ, ਮੰਤਰਾਂ ਦਾ ਪੂਜਨ ਨਹੀਂ ਕਰਦੇ, ठीक है। ਉਹ ਵੀ ਤਾਂ ਵਿਦਿਆ ਹੀ ਹੈ। ਔਰ ਜਾਂ ਫਿਰ ਇਹ ਵੀ ਵਿਦਵਾਨਾਂ ਦੀ ਪੂਜਾ ਕਰਦੇ ਆ, ਰਾਜਿਆਂ ਦੇ ਦੁਆਰਾ ਪੂਜਿਤ ਹੋ ਰਹੀ ਹੈ, ਵਿਦਵਾਨਾਂ ਦੇ ਵਿੱਚ ਦੀ ਹੋ ਕੇ। ਸਮਝ ਗਏ? ਵਿਦਵਾਨ ਜਿਹੜੇ ਉਹਨਾਂ ਨੂੰ ਰਾਜੇ ਲੋਕ ਉਹਨਾਂ ਦਾ ਸਤਿਕਾਰ ਕਰਦੇ, ਅਤੇ ਵਿਦਿਆ ਦੇ ਦੁਆਰਾ ਹੀ ਕਰਦੇ ਨਾ। ਅਤੇ ਵਿਦਿਆ ਪੂਜੀ ਜਾ ਰਹੀ ਹੈ ਵਿਦਵਾਨਾਂ ਦੇ ਵਿੱਚ ਦੀ ਹੋ ਕੇ, ਰਾਜਿਆਂ ਦੇ ਦੁਆਰਾ। ਅਤੇ ਪੂਜ ਨ੍ਰਿਪੋਂ ਕਰ। ਨ੍ਰਿਪੋਂ ਕੇ ਦੁਆਰਾ, ਰਾਜਿਆਂ ਦੇ ਦੁਆਰਾ ਪੂਜਿਤ ਹੈ। ਔਰ ਅਗ ਹਤੀ। ਅਗ ਕਹਿੰਦੇ ਪਾਪ। ਹਤੀ ਪਾਪਾਂ ਨੂੰ ਨਸ਼ਟ ਕਰਨ ਵਾਲੀ ਹੈ। ਬ੍ਰਹਮ ਵਿਦਿਆ ਵਿਸ਼ੇਸ਼। ਤੇ ਇੱਥੇ ਨਾਲ ਇਹ ਅਰਥ ਸਮਝਣਾ, ਜਿਹੜੀ ਸੰਸਾਰੀ ਵਿਦਿਆ ਨਾ, ਉਹ ਸੁੱਖ ਦੇ ਸਕਦੀ ਹੈ, ਜਸ ਦੇ ਸਕਦੀ ਹੈ, ਸੰਸਾਰਕ ਸੁੱਖ, हाँ जी। ਪਰ ਪਾਪਾਂ ਨੂੰ ਨਸ਼ਟ ਨਹੀਂ ਕਰ ਸਕਦੀ। ਸਮਝ ਗਏ? ਉਹਦੇ ਦੁਆਰਾ ਤੁਹਾਡੀ ਪੂਜਾ ਵੀ ਹੋ ਸਕਦੀ ਹੈ, ਰਾਜਿਆਂ 'ਚ ਵੀ ਹੋ ਸਕਦੀ ਪੂਜਾ। ਵਿਦਵਾਨ ਤੇ ਉਹ ਵੀ ਹੈ ਨਾ, ਭਾਵੇਂ ਕੋਈ ਸੰਸਾਰੀ ਵਿਦਿਆ ਉਹ ਵੀ ਵਿਦਵਾਨ ਹੈ, ਟੀਚਰ ਹੈ, ਕੋਈ ਸੰਸਾਰਕ ਵਿਦਵਾਨ ਹੈ ਸੰਸਾਰੀ ਵਿਦਿਆ ਵਾਲਾ, ਉਹਨੂੰ ਵੀ ਲੋਕ ਪੂਜਦੇ ਰਾਜਾ ਲੋਕ। ਪਰ ਅਗ ਹਤੀ, ਇਹ ਅਰਥ ਕਿਵੇਂ ਲੱਗੇਗਾ? ਬ੍ਰਹਮ ਵਿਦਿਆ। ਇੱਥੋਂ ਆ ਕੇ ਅਰਥ ਨਿਕਲ ਜਾਏਗਾ ਵੀ ਇਹ ਸਾਰੀ ਗੱਲ ਬ੍ਰਹਮ ਵਿਦਿਆ ਦੀ ਚੱਲ ਰਹੀ ਹੈ ਵਿਸ਼ੇਸ਼। हाँ जी। ਬ੍ਰਹਮ ਵਿਦਿਆ ਜਿਹੜੀ ਹੈ ਉਹ ਪਾਪਾਂ ਨੂੰ ਨਸ਼ਟ ਕਰਨ ਵਾਲੀ ਹੈ। ਵਿਦਿਆ ਬਿਨ ਪਸ਼ੂ ਦੇਖ। ਵਿਦਿਆ ਤੋਂ ਬਿਨਾਂ ਜਿਹੜਾ ਪੁਰਸ਼ ਹੈ ਉਹ ਪਸ਼ੂ ਹੈ, ਐਸਾ ਸਮਝ ਲਓ। इस करके देव का अर्थ भी ब्रह्म। ਹਾਂਜੀ इस करके देव का अर्थ भी ब्रह्म है। ਹਾਂਜੀ। ਵਿਦਿਆ ਤੋਂ ਬਿਨਾਂ ਨਹੀਂ, ਜੇ ਭਲਾ ਇਹ ਅਰਥ ਵੀ ਲੱਗ ਜਾਂਦਾ ਵੀ ਸੰਸਾਰੀ ਵਿਦਿਆ ਵੀ ਕਿਸੇ ਕੋਲ ਨਹੀਂ, ਤਾਂ ਕਹਿੰਦੇ ਇਹ ਤਾਂ ਪਸ਼ੂ ਹੀ ਹੈ, ਇਹਨੇ ਕੁਛ ਪੜ੍ਹਿਆ ਹੀ ਨਹੀਂ, ਕਹਿ ਦਿੰਦੇ ਨਾ। ਸੰਸਾਰੀ ਵਿਦਿਆ ਵੀ ਜਿਹਨੇ ਨਹੀਂ ਪੜ੍ਹੀ ਉਹਨੂੰ ਕਹਿੰਦੇ ਇਹ ਤਾਂ ਪਸ਼ੂ ਹੈ। ਭਾਵ ਹੈ ਪਸ਼ੂ ਵਾਂਗੂ ਸਿਰਫ ਕੀ ਕਰਦਾ, ਪਸ਼ੂ ਉਹਨੂੰ ਕਿਉਂ ਕਹਿ ਰਿਹਾ? ਪਸ਼ੂ ਕਿਉਂ ਕਹਿ ਦਿੰਦੇ ਆਪਾਂ ਕਿਸੇ ਨੂੰ ਵੀ ਇਹ ਪਸ਼ੂ ਆ? सोच समझ नहीं है। ਪਸ਼ੂ ਤਾਂ ਹੈ ਨਹੀਂ, ਉਹ सोच समझ। ਪਸ਼ੂ ਵਰਗਾ ਆ। ਸਮਝ ਗਏ? ਪਸ਼ੂ ਕਹਿਤਾ ਨੂੰ ਪਸ਼ੂ ਥੋੜ੍ਹੀ ਹੈ, ਪਸ਼ੂ ਵਰਗਾ ਆ।
ਤੇ ਪਸ਼ੂ ਵਰਗੇ ਉਹ ਚ ਕਿਹੜੇ ਗੁਣ ਆ ਜਿਹੜਾ ਨੂੰ ਪਸ਼ੂ ਕਹਿੰਦੇ ਆ? ਪਸ਼ੂ ਵਰਗਾ ਕਿਉਂ ਆ? ਜਿਹੜੇ ਪਸ਼ੂ ਆ ਉਹਨਾਂ ਨੂੰ ਸਿਰਫ ਇਹ ਪਤਾ ਵੀ ਖਾਣਾ, ਸੌਣਾ ਤੇ ਇੱਕ ਦੂਜੇ ਤੋਂ ਡਰਨਾ, ਸੰਤਾਨ ਪੈਦਾ ਕਰਨਾ। 4 ਚੀਜ਼ਾਂ ਉਹਦੇ ਕੋਲ ਹੈਗੀਆਂ, ਉਹਨਾਂ ਕੋਲ ਕਿ ਨਹੀਂ? ਤੇ 4 ਇਹਦੇ ਕੋਲ ਵੀ ਹੈਗੀਆਂ। ਨਿਦਰਾ, ਭੋਜਨ, ਭੋਗ, ਭਏ। ਨਿਦਰਾ ਸੌਣਾ, ਭੋਜਨ ਖਾਣਾ, ਠੀਕ ਹੈ। ਭੋਗ ਸੰਸਾਰਕ ਜਿਹੜੇ ਮਤਲਬ ਸੰਤਾਨ ਉਤਪੰਨ ਕਰਨਾ। ਭਏ ਪਸ਼ੂ ਇੱਕ ਦੂਜੇ ਤੋਂ ਡਰਦੇ ਆ। 4 ਚੀਜ਼ਾਂ ਜਿਹੜੀਆਂ ਕੀ ਆ ਹੈਗੀਆਂ ਨਾ ਉਹਦੇ ਕੋਲ, 5ਵੀਂ ਨਹੀਂ ਹੈਗੀ ਨਾ, ਉਹ ਪਸ਼ੂਆਂ ਕੋਲ ਹੀ ਹੈਗੀ ਆ ਨਾ ਇਹਦੇ ਕੋਲ ਹੈਗੀ ਆ। ਉਹ ਕੀ ਹੈ? ਗਿਆਨ। ਪਸ਼ੂਆਂ ਕੋਲ ਨਹੀਂ ਹੈਗਾ, ਇਹਦੇ ਕੋਲ ਨਹੀਂ ਹੈਗਾ। ਇਹ ਕਰਕੇ ਕਹਿੰਦੇ ਉਹ ਪਸ਼ੂ ਵਰਗਾ ਹੈ, ਠੀਕ ਹੈ। ਕਰਤੂਤ ਪਸ਼ੂ ਕੀ, ਸਮਝ ਗਏ? ਮਾਨਸ ਜਾਤ, ਜਾਤੀ ਤਾਂ ਉਹਦੀ ਮਨੁੱਖ ਦੀ ਹੈ, ਪਰ ਕਰਤੂਤ ਪਸ਼ੂਆਂ ਵਾਲੀ ਹੈ, ਕਿਉਂਕਿ 4 ਕੰਮ ਕਰ ਰਿਹਾ ਪਸ਼ੂਆਂ ਵਾਲੇ। ਇਸ ਕਰਕੇ ਕਹਿੰਦੇ ਵਿਦਿਆ ਤੋਂ ਬਿਨਾ ਪਸ਼ੂ ਹੈ। ਅੱਗੇ ਉਹੀ ਜਿਹੜਾ ਮੈਂ ਹੁਣੇ ਸ਼ਲੋਕ ਸੁਣਾਇਆ ਉਹੀ ਆ ਰਿਹਾ। ਦੋਹਰਾ, ਨਿਦਰਾ, ਭੋਜਨ, ਭੋਗ, ਭਏ ਇਹ ਪਾਸ ਪੁਰਖ ਸਮਾਨ। ਇਹ 4 ਚੀਜ਼ਾਂ ਜਿਹੜੀਆਂ ਪਸ਼ੂ ਤੇ ਪੁਰਖ ਦੀਆਂ ਸਮਾਨ ਹਨ, ਸਮਝ ਗਏ? ਨਿਦਰਾ ਸੌਣਾ, ਭੋਜਨ ਖਾਣਾ, ਭੋਗ ਸੰਤਾਨ ਉਤਪੱਤੀ, ਠੀਕ ਹੈ, ਤੇ ਭਏ ਇੱਕ ਦੂਜੇ ਤੋਂ ਡਰਨਾ। ਇਹ ਪਸ ਪੁਰਖ ਪਸ਼ੂ ਤੇ ਪੁਰਖ ਦੇ ਸਮਾਨ ਬਰਾਬਰ ਆ 4 ਚੀਜ਼ਾਂ। ਨਰਨ ਗਿਆਨ ਨਿਜ ਅਧਿਕਤਾ। ਅਧਿਕਤਾ ਕੀ ਆ ਪਸ਼ੂਆਂ ਨਾਲੋਂ? ਅਧਿਕ ਕੀ ਆ? ਵੱਧ ਕੀ ਆ? ਅਧਿਕਤਾ ਮਤਲਬ ਵੱਧ ਕੀ ਆ? ਨਰਨ ਜਿਹੜੇ ਨਾਰਿਆ ਮਨੁੱਖ ਆ, ਪ੍ਰਾਣੀ ਆ, ਉਹਨਾਂ 'ਚ ਅਧਿਕਤਾ ਕੀ ਆ? ਗਿਆਨ ਨਿਜ, ਆਪਣੇ ਆਪ ਦਾ ਗਿਆਨ ਪੈਦਾ ਕਰ, ਆਪਣੇ ਆਪ ਦਾ ਗਿਆਨ ਪ੍ਰਾਪਤ ਕਰਨ ਦੀ ਯੋਗਤਾ, ਠੀਕ ਹੈ। ਨਿਜ ਗਿਆਨ, ਆਪਣੇ ਸਰੂਪ ਦਾ ਗਿਆਨ, ਸਮਝ ਗਏ? ਹਾਂਜੀ। ਨਿਜ ਗਿਆਨ ਜਿਹੜਾ ਮਨੁੱਖਾਂ ਦੇ ਵਿੱਚ ਨਿਜ ਗਿਆਨ ਦੀ ਅਧਿਕਤਾ ਆ, ਨਿਜ ਗਿਆਨ ਪ੍ਰਾਪਤ ਕਰਨ ਦੀ ਯੋਗਤਾ ਹੈ, ਸਮਝ ਹੈ ਉਹਨਾਂ ਨੂੰ। ਜਦ ਸੰਸਾਰਕ ਤਲ 'ਤੇ ਵੀ ਉਹਨਾਂ ਨੂੰ ਗਿਆਨ ਹੈ ਵੀ ਇਹ ਚੰਗਾ ਹੈ, ਮਾੜਾ ਹੈ, ਇਹ ਪੁੰਨ ਹੈ, ਪਾਪ ਹੈ ਕਿ ਨਹੀਂ? ਹਾਂਜੀ। ਤੇ ਨਿਜ ਗਿਆਨ ਦਾ ਅਰਥ ਹੈ ਆਪਣੇ ਸਰੂਪ ਗਿਆਨ ਪ੍ਰਾਪਤ ਦੀ ਜਿਹੜੀ ਯੋਗਤਾ ਹੈ। ਭਾਵ ਉਹਨਾਂ 'ਚ ਗਿਆਨ ਪ੍ਰਾਪਤੀ ਦੀ ਜਿਹੜੀ ਯੋਗਤਾ, ਇਹ ਅਧਿਕਤਾ ਹੈ। ਉਹਨਾਂ ਕੋਲ ਗਿਆਨ ਹੈ, ਲੌਕਿਕ ਗਿਆਨ ਵੀ ਹੈ ਤੇ ਵਿਵਹਾਰਕ ਗਿਆਨ, ਜਿਹੜਾ ਲੌਕਿਕ ਗਿਆਨ ਤੇ ਪਰਮਾਰਥਕ ਗਿਆਨ, ਆਪਣੇ ਸਰੂਪ ਦਾ ਬੋਧ ਪ੍ਰਾਪਤ ਕਰਨ ਦੀ ਯੋਗਤਾ, ਇਹ ਉਹਨਾਂ 'ਚ ਅਧਿਕਤਾ ਵਾ। ਗਿਆਨ ਬਿਨਾ ਪਸ਼ੂ ਜਾਨ। ਜੇ ਨਿਜ ਗਿਆਨ ਦੀ ਯੋਗਤਾ ਨਹੀਂ ਹੈ, ਨਿਜ ਗਿਆਨ ਪ੍ਰਾਪਤ ਨਹੀਂ ਕੀਤਾ, ਇਹ 4 ਚੀਜ਼ਾਂ ਕਰਦਾ ਰਿਹਾ, ਤਾਂ ਫਿਰ ਕੀ ਆ? ਗਿਆਨ ਬਿਨਾ ਪਸ਼ੂ ਜਾਨ। ਭਾਵੇਂ ਮਨੁੱਖ ਦਿਸ ਰਿਹਾ, ਆਪਾਂ ਵੀ ਦਿਖ ਰਹੇ ਹਾਂ, ਜੇ ਨਿਜ ਗਿਆਨ ਪ੍ਰਾਪਤ ਨਹੀਂ ਕੀਤਾ, ਆਪਣੀ ਸਥਿਤੀ ਨੂੰ, ਆਪਣੀ ਆਤਮਾ ਨੂੰ ਪ੍ਰਾਪਤ ਨਹੀਂ ਹੋਏ ਅੰਤ ਤੱਕ, ਫਿਰ ਪਸ਼ੂ, ਸਮਝ ਗਏ? ਫਿਰ ਤੇ ਪਸ਼ੂ ਹੀ ਹੈ। ਫਿਰ ਦਿਖਣ ਮਾਤਰ ਮਨੁੱਖ ਹੈ, ਪਰ ਹੈ ਪਸ਼ੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।